ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਸਰਕਾਰ ਨਵੀਂ ਹੈ, ਉਮੀਦਾਂ ਬਹੁਤ ਜ਼ਿਆਦਾ ਆ ਤੇ ਅਸੀਂ ਸਿੱਟਿਆਂ ਨੂੰ ਬਹੁਤ ਕਾਲੇ ਹਾਂ। ਪਰ ਭਗਵੰਤ ਮਾਨ ਕੋਈ ਨਾ ਕੋਈ ਨਿਤ ਨਵਾਂ ਐਲਾਨ ਕਰ ਰਿਹਾ ਹੈ। ਅੱਜ ਇਹ ਐਲਾਨ ਕੀਤਾ ਹੈ ਕਿ ਜਿਹੜੇ ਨਿੱਜੀ ਸਕੂਲ ਹੈ ਉਹ ਮਾਪਿਆਂ ਤੋਂ ਵੱਧ ਫੀਸਾਂ ਇਸ ਸੈਸ਼ਨ ਵਿੱਚ ਨਹੀਂ ਲੈਣਗੇ, ਯਾਨੀ ਕਿ ਫੀਸਾਂ ਵਧਾਉਣ ਤੇ ਰੋਕ ਲਾ ਦਿੱਤੀ ਹੈ ਹਰ ਤਰ੍ਹਾਂ ਦੀ। ਔਰ ਇੱਕ ਹੋਰ ਇਹਦੇ ਨਾਲ ਜਿਹੜਾ ਫੈਸਲਾ ਕੀਤਾ ਹੈ ਉਹ ਇਹ ਆ ਕਿ ਸਕੂਲ ਆਪਣੀ ਮਨਮਰਜ਼ੀ ਦੀਆਂ ਦੁਕਾਨਾਂ ਤੋਂ ਮਾਪਿਆਂ ਨੂੰ ਨਹੀਂ ਕਹਿਣਗੇ ਕਿ ਕਿਤਾਬਾਂ ਖਰੀਦੋ ਤੇ ਨਾ ਹੀ ਸਕੂਲੋਂ ਦੇਣਗੇ। ਮਾਪਿਆਂ ਦੀ ਮਰਜ਼ੀ ਹੈ, ਜਿੱਥੋਂ ਮਰਜ਼ੀ ਉਹ ਕਿਤਾਬਾਂ ਖਰੀਦਣ। ਪਰ ਮਾਮਲਾ ਜਿਹੜਾ ਹੈ ਪਹਿਲਾ ਉਹ ਦਿੱਲੀ ਦਾ ਹੈ। ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਅੱਜ ਕੇਜਰੀਵਾਲ ਉਹਨਾਂ ਦੀ ਕੋਠੀ ਤੇ ਪਹੁੰਚ ਗਏ ਔਰ ਹਜੂਮ ਜਿਹੜਾ ਸੀ ਕੋਈ ਬਹੁਤ ਜ਼ਿਆਦਾ ਵੱਡਾ ਨਹੀਂ ਸੀ, ਪਰ ਕਮਾਲ ਇਹ ਆ ਕਿ ਪੁਲਿਸ ਨੇ ਰੋਕਿਆ ਤੱਕ ਨਹੀਂ। ਸਗੋਂ ਦੋਸ਼ ਇਹ ਆ ਕਿ ਪੁਲਿਸ ਆਪ ਉਹਨਾਂ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਤੱਕ ਲੈ ਕੇ ਗਈ ਉਹ। ਔਰ ਬਾਅਦ ਚ ਡਿਪਟੀ ਮੁੱਖ ਮੰਤਰੀ ਸਿਸੋਦੀਆ ਹੋਣਾ ਨੇ, ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਬੁਖਲਾਈ ਪਈ ਹੈ ਪੰਜਾਬ ਦੀ ਜਿੱਤ ਤੋਂ, ਇਸ ਕਰਕੇ ਕੇਜਰੀਵਾਲ ਉਹਨਾਂ ਦਾ ਕਤਲ ਕਰਾਉਣਾ ਚਾਹੁੰਦੀ ਹੈ। ਇਹ ਬਹੁਤ ਗੰਭੀਰ ਇਲਜ਼ਾਮ ਨੇ, ਇਹਦੇ ਤੇ ਅਸੀਂ ਗੱਲ ਕਰਾਂਗੇ। ਇਸ ਇਲਜ਼ਾਮ ਦੇ ਪਿੱਛੇ ਕੋਈ ਸੱਚ ਵੀ ਹੈ ਜਾਂ ਉਹੀ ਰਾਜਨੀਤਿਕ ਬਿਆਨ ਜਾਰੀ ਕਰ ਦਿੱਤਾ ਸਿਸੋਦੀਆ ਹੋਣਾ ਨੇ। ਔਰ ਇਸ ਤੋਂ ਪਹਿਲਾਂ ਇੱਕ ਹੋਰ ਜਿਹੜੀ ਖਬਰ ਹੈ ਪੰਜਾਬ ਦੇ ਲਈ ਬੜੀ ਮਹੱਤਵਪੂਰਨ ਖਬਰ ਹੈ, ਉਹ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਹੋਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਜਿਹੜਾ ਲਾਈਵ ਉਤੋਂ ਪ੍ਰਸਾਰਣ ਹੁੰਦਾ ਹਰਿਮੰਦਰ ਸਾਹਿਬ ਤੋਂ, ਉਹਦੇ ਲਈ ਆਪਣਾ ਟੈਲੀਵਿਜ਼ਨ ਸ਼ੁਰੂ ਕਰੇ। ਤੁਹਾਨੂੰ ਯਾਦ ਹੈ, ਇਹ ਗੱਲ ਦਾ ਪਤਾ ਹੀ ਹੈ, ਯਾਦ ਕੀ ਪਤਾ ਹੀ ਹੈ ਕਿ ਇਸ ਵੇਲੇ ਜਿਹੜਾ ਪ੍ਰਸਾਰਣ ਹੈ ਉਹ ਪੀਟੀਸੀ ਦੇ ਕੋਲ ਹੈ। ਪਰ ਕੱਲ ਹੀ ਹਲੇ ਪੀਟੀਸੀ ਦੇ ਨਾਲ ਜੁੜਿਆ ਹੋਇਆ ਇੱਕ ਵਿਵਾਦ ਉਭਰਿਆ ਹੈ ਔਰ ਇਸ ਤੋਂ ਪਹਿਲਾਂ ਵੀ ਕਈ ਵਿਵਾਦ ਹੈ। ਵਿਵਾਦ ਇਹ ਵੀ ਹੈ ਕਿ ਮੋਟੀ ਕਮਾਈ ਪੀਟੀਸੀ ਵੱਲੋਂ ਕੀਤੀ ਜਾ ਰਹੀ ਹੈ, ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਸੀ ਪੀਟੀਸੀ ਦੇ ਉੱਤੇ ਜਿਹੜਾ ਪ੍ਰਸਾਰਣ ਹੋ ਰਿਹਾ ਹੈ, ਕਿਉਂਕਿ ਪ੍ਰਸਾਰਣ ਨੂੰ ਸੁਣਨ ਵਾਲੀਆਂ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਹੈਗੀਆਂ ਔਰ ਇਹਦੇ ਨਾਲ ਜਿਹੜੀ TRP ਵੱਧਦੀ ਹੈ, ਇਹਦਾ ਵੀ ਚੈਨਲਾਂ ਨੂੰ ਫਾਇਦਾ ਹੁੰਦਾ, ਚਾਹੇ ਪੀਟੀਸੀ ਹੋਵੇ ਜਾਂ ਕੱਲ ਨੂੰ ਕੋਈ ਹੋਰ ਚੈਨਲ ਹੋਵੇ। ਔਰ ਇਹਦੇ ਤੇ ਲਗਾਤਾਰ ਇਸ ਚੈਨਲ ਦੀ ਆਲੋਚਨਾ ਹੋ ਰਹੀ ਸੀ, ਪੀਟੀਸੀ ਦੀ ਆਲੋਚਨਾ ਹੋ ਰਹੀ ਸੀ ਔਰ ਇਲਜ਼ਾਮ ਲੱਗ ਰਹੇ ਸੀ ਕਿ ਬਾਦਲ ਪਰਿਵਾਰ ਦੀ ਸਰਕਾਰ ਹੋਣ ਕਰਕੇ ਜਾਂ ਬਾਦਲ ਪਰਿਵਾਰ ਦਾ ਦਬਦਬਾ ਹੋਣ ਕਰਕੇ ਲਗਾਤਾਰ ਜਿਹੜਾ ਇਹ ਪ੍ਰਸਾਰਣ ਆ ਇਸ ਚੈਨਲ ਨੂੰ ਦਿੱਤਾ ਜਾ ਰਿਹਾ ਆ। ਪਰ ਸਭ ਤੋਂ ਪਹਿਲਾਂ ਮਾਮਲਾ ਅਸੀਂ ਵਿਚਾਰਾਂਗੇ ਦਿੱਲੀ ਵਾਲਾ। ਦਿੱਲੀ ਦੇ ਵਿੱਚ ਮਨਪ੍ਰੀਤ ਜੀ ਜੋ ਹੋਇਆ ਅੱਜ, ਇਸ ਤੋਂ ਬਾਅਦ ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਸਿਸੋਦੀਆ ਹੋਣਾ ਵੱਲੋਂ, ਮੂਲ ਰੂਪ 'ਚ ਅਸੀਂ ਗੱਲ ਕਰੀਏ ਤਾਂ ਕੀ ਇਹਨਾਂ ਇਲਜ਼ਾਮਾਂ ਦੇ ਪਿੱਛੇ ਕੋਈ ਸੱਚ ਹੈ? ਕਿਉਂਕਿ ਇਲਜ਼ਾਮ ਬੜੇ ਗੰਭੀਰ ਹੈ। ਸਿੱਧਾ ਕਹਿ ਦੇਣਾ ਕਿ ਅਰਵਿੰਦ ਕੇਜਰੀਵਾਲ ਦਾ ਭਾਰਤੀ ਜਨਤਾ ਪਾਰਟੀ ਕਤਲ ਕਰਾਉਣਾ ਚਾਹੁੰਦੀ ਹੈ, ਇੱਕ ਬਹੁਤ ਸੰਗੀਨ ਇਲਜ਼ਾਮ ਹੈ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਦੇਖੋ ਮਦਨਦੀਪ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਦਾ ਯੁਵਾ ਮੋਰਚੇ ਦੇ ਲਗਭਗ 200 ਜਾਂ 200 ਤੋਂ ਥੋੜੇ ਜਿਹੇ ਵੱਧ ਜਿਹੜੇ ਆ ਉਹ ਜਾਂਦੇ ਨੇ ਵਰਕਰਸ, ਔਰ ਉਹ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ ਉਹਨਾਂ ਦੀ ਰਿਹਾਇਸ਼ ਅੱਗੇ ਧਰਨਾ ਦਿੰਦੇ ਨੇ। ਔਰ ਧਰਨਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹ ਕਿਸ ਕਰਕੇ ਹੋਇਆ ਸੀ। ਦਰਅਸਲ 21 ਮਾਰਚ ਨੂੰ ਜਦੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਭਾਸ਼ਣ ਦਿੱਤਾ ਸੀ ਔਰ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਨਿਸ਼ਾਨਾ ਸੀ ਉਹ ਭਾਰਤੀ ਜਨਤਾ ਪਾਰਟੀ ਸੀ, ਜਾਂ ਭਾਰਤੀ ਜਨਤਾ ਪਾਰਟੀ ਦੇ ਇਸ ਟਾਈਮ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹਨਾਂ ਨੂੰ ਲੈ ਕੇ ਨਿਸ਼ਾਨਾ ਉਹਨਾਂ ਨੇ ਕੱਸਿਆ ਸੀ। ਔਰ ਉਹਨਾਂ ਨੇ ਗੱਲ ਕੀਤੀ ਸੀ ਕਸ਼ਮੀਰ ਫਾਈਲਸ ਨੂੰ ਲੈ ਕੇ। ਕਸ਼ਮੀਰ ਫਾਈਲਸ ਆਪਾਂ ਨੂੰ ਪਤਾ ਹੀ ਹੈ ਕਿ ਫਿਲਮ ਆ, ਬੜੇ ਵਿਵਾਦਾਂ ਦੇ ਵਿੱਚ ਵੀ ਘਿਰੀ ਹੈ ਔਰ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ, ਜਿਹੜੇ ਉੱਥੋਂ ਦੇ MLA ਭਾਰਤੀ ਜਨਤਾ ਪਾਰਟੀ ਦੇ ਉਸ ਟਾਈਮ ਵਿਧਾਨ ਸਭਾ ਦੇ ਵਿੱਚ ਬੈਠੇ ਸੀ, ਉਹ ਕਹਿੰਦੇ ਤੁਹਾਨੂੰ ਤਾਂ ਨਰਿੰਦਰ ਮੋਦੀ ਹੋਣਾ ਨੇ ਜਾਂ ਪ੍ਰਧਾਨ ਮੰਤਰੀ ਨੇ ਕੇਵਲ ਪੋਸਟਰ ਲਾਉਣ ਲਾਤਾ। ਜਾਂ ਇੱਥੋਂ ਤੱਕ ਵੀ ਉਹਨਾਂ ਨੇ ਵਿਵੇਕ ਅਗਨੀਹੋਤਰੀ ਜਿਨ੍ਹਾਂ ਨੇ ਇਹ ਪਿਕਚਰ ਬਣਾਈ ਆ, ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਕੀ ਪ੍ਰਧਾਨ ਮੰਤਰੀ ਮੋਦੀ ਹੋਣਾ ਨੂੰ ਹੁਣ ਵਿਵੇਕ ਅਗਨੀਹੋਤਰੀ ਦੀ ਜਿਹੜੀ ਆ ਉਹ ਲੋੜ ਪੈ ਗਈ ਤਾਂ ਕਿ ਇਸ ਪਿਕਚਰ ਦੇ ਜ਼ਰੀਏ ਉਹ ਆਪਣਾ ਜਿਹੜਾ ਉਭਾਰ ਕਰ ਸਕੇ ਜਾਂ ਭਾਰਤੀ ਜਨਤਾ ਪਾਰਟੀ ਫੈਲਾ ਕਰ ਸਕੇ। ਦਰਅਸਲ ਇਹ ਜਦੋਂ ਗੱਲਾਂ ਆਈਆਂ, ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਤੇ ਉਸ ਦੇ ਵਿੱਚ ਜਿਹੜੇ ਕੰਟੈਂਟ ਦੇ ਉੱਤੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਸੀ, ਪਰ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਸੀ ਕਿ ਉਹਨਾਂ ਨੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਉਹ ਇਸ ਕਰਕੇ ਕੀਤਾ ਕਿ ਇਹਦੇ ਨਾਲ
ਇੱਕ ਖਾਸ ਭਾਈਚਾਰੇ ਦੀਆਂ, ਯਾਨੀ ਕਿ ਕਸ਼ਮੀਰੀ ਪੰਡਤਾਂ ਦੀਆਂ, ਜਿਨ੍ਹਾਂ ਨੇ ਬਹੁਤ ਜਬਰ ਜਨਾਹ ਜਿਸ ਤਰ੍ਹਾਂ ਕਿਹਾ ਜਾਂਦਾ ਝੱਲਿਆ, ਉਹਨਾਂ ਨੂੰ ਇੱਕ ਤਰ੍ਹਾਂ ਦਾ ਦੁੱਖ ਪਹੁੰਚਾਇਆ। ਬਹਾਨਾ ਇਸ ਤਰ੍ਹਾਂ ਦਾ, ਹਾਲਾਂਕਿ ਜਿਹੜੀ ਫਿਲਮ ਆ ਉਹ ਅਲੱਗ ਆ ਬਿਲਕੁਲ, ਲੇਕਿਨ ਜਦੋਂ ਇਹ ਧਰਨਾ ਪ੍ਰਦਰਸ਼ਨ ਹੁੰਦਾ ਤੇ ਉਸ ਦੇ ਵਿੱਚ ਜਿਹੜੇ ਇਹ ਆਉਂਦੇ ਆ ਯੁਵਾ ਮੋਰਚੇ ਦੇ ਜਿਹੜੇ ਵਰਕਰਸ ਆ, ਉਹ ਬੈਰੀਕੇਡਿੰਗ ਜਿਹੜੀ ਆ ਉਹ ਤੋੜਦੇ ਨੇ, ਇੱਕ ਬੂਮ ਬੈਰੀਕੇਡਸ ਹੁੰਦੇ ਆ ਉਹ ਵੀ ਤੋੜਦੇ ਨੇ, ਤੇ CCTV ਕੈਮਰਾ ਉਹ ਖਬਰਾਂ ਵੀ ਆਉਂਦੀਆਂ ਨੇ, ਤੇ ਆਮ ਆਦਮੀ ਪਾਰਟੀ ਦੇ ਇਹੀ ਇਲਜ਼ਾਮ। ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਮਨੀਸ਼ ਸਿਸੋਦੀਆ ਜਿਹੜੇ ਡਿਪਟੀ ਚੀਫ ਮਿਨਿਸਟਰ ਨੇ, ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ, ਤੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਿਹੜਾ ਗੰਭੀਰ ਤੇ ਸੰਗੀਨ ਇੱਕ ਦੋਸ਼ ਲਾਇਆ ਜਾਂਦਾ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਦੇ, ਕਿ ਉਹ ਅਰਵਿੰਦ ਕੇਜਰੀਵਾਲ ਉਹਨਾਂ ਦੀ ਅਸੈਸੀਨੇਸ਼ਨ ਜਾਂ ਉਹਨਾਂ ਦਾ ਕਤਲ ਕਰਵਾਉਣਾ ਚਾਹੁੰਦੇ ਨੇ। ਕਈ ਵਾਰੀ ਲੱਗਦਾ ਕਿ ਇਹ ਬਹੁਤ ਜ਼ਿਆਦਾ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਆ, ਹਾਲਾਂਕਿ ਉਹ ਬੜੇ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋਏ ਨੇ। ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਹ ਜਦੋਂ ਸਾਰਾ ਮਾਮਲਾ ਹੋ ਰਿਹਾ ਸੀ, ਅੱਜ ਹੀ ਦੇ ਦਿਨ ਤੁਹਾਨੂੰ ਯਾਦ ਹੋਣਾ ਜਿਹੜਾ 21 ਮਾਰਚ ਵਾਲਾ ਉਸ ਦਿਨ ਦਾ ਉਹ ਭਾਸ਼ਣ ਸੀ, ਉਹ ਕਿਸ ਗੱਲ ਕਰਕੇ ਸਾਰਾ ਕੁਝ ਕਿਹਾ ਜਾ ਰਿਹਾ ਸੀ? ਦਰਅਸਲ ਵਿਧਾਨ ਸਭਾ ਦੇ ਵਿੱਚ ਉਹ ਇਸ ਕਰਕੇ ਕਿਹਾ ਜਾ ਰਿਹਾ ਸੀ, ਨਹੀਂ ਅੱਜ ਲੋਕ ਸਭਾ ਦੇ ਵਿੱਚ ਇੱਕ ਮਾਮਲਾ ਅਲੱਗ ਆਇਆ, ਵਿਧਾਨ ਸਭਾ ਦੇ ਵਿੱਚ ਮੈਂ ਉਹਦਾ ਇੱਕ ਜ਼ਿਕਰ ਕਰ ਰਿਹਾ। ਵਿਧਾਨ ਸਭਾ ਜਿਹੜੀ ਕੇਜਰੀਵਾਲ ਉਹਨਾਂ ਨੇ ਪਿੱਛੇ ਦੇ ਬੋਲੇ ਸੀ, ਕੇਜਰੀਵਾਲ ਹੁਣੀ ਫਿਲਮ ਦੇ ਸੰਬੰਧ ਵਿੱਚ, ਤੇ ਇਸ ਤੋਂ ਇਲਾਵਾ ਜਿਹੜੀਆਂ ਚੋਣਾਂ ਦੇ ਸੰਬੰਧ ਵਿੱਚ ਦਿੱਲੀ, ਤੁਸੀਂ ਉਹਦੀ ਗੱਲ ਕਰ ਰਹੇ ਹੋ, ਜਿਹੜੀਆਂ ਚੋਣਾਂ ਨੂੰ ਲੈ ਕੇ ਜੀ, ਚੋਣਾਂ ਨੂੰ ਲੈ ਕੇ ਦਰਅਸਲ ਅੱਜ ਲੋਕ ਸਭਾ ਦੇ ਵਿੱਚ ਚੋਣਾਂ ਨੂੰ ਲੈ ਕੇ ਨਹੀਂ ਸੀ ਗੱਲ ਹੋਈ। ਦਰਅਸਲ ਗੱਲ ਹੋਈ ਸੀ, ਮੈਂ ਤੁਹਾਨੂੰ ਥੋੜਾ ਜਿਹਾ ਦਰੁਸਤ ਕਰਦਾ, ਗੱਲ ਹੋਈ ਸੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ, ਜਿਹੜੀਆਂ 3 ਮਿਊਨਿਸਪਲ ਕਾਰਪੋਰੇਸ਼ਨਸ ਨੇ, ਉਹਨਾਂ ਦਾ ਏਕੀਕਰਨ ਕਰਨ ਦਾ, ਯਾਨੀ ਕਿ ਉਹਨਾਂ ਨੂੰ ਇਕੱਠਾ ਕਰਨ ਦਾ, ਉਸ ਦਾ ਬਿੱਲ ਅੱਜ ਲੋਕ ਸਭਾ ਦੇ ਵਿੱਚ ਪੇਸ਼ ਹੋ ਗਿਆ। ਅਮਿਤ ਸ਼ਾਹ ਨੇ, ਜਿਹੜੇ ਗ੍ਰਹਿ ਮੰਤਰੀ ਨੇ, ਉਹ ਅੱਜ ਉਹਨਾਂ ਨੇ ਬਿੱਲ ਪੇਸ਼ ਕਰਤਾ, ਔਰ ਉਹਨਾਂ ਦਾ ਇਹ ਦਾਅਵਾ ਸੀ ਜਦੋਂ ਉਹ ਬਿੱਲ ਪੇਸ਼ ਕਰ ਰਹੇ ਸੀ ਲੋਕ ਸਭਾ ਦੇ ਵਿੱਚ, ਕਿ ਇਸ ਦੇ ਨਾਲ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਜਾਂ ਲੋਕ ਆ, ਉਹਨਾਂ ਨੂੰ ਵਧੀਆ ਸੁਵਿਧਾਵਾਂ ਦਿੱਤੀਆਂ ਜਾ ਸਕਣਗੀਆਂ, ਵਧੀਆ ਮੈਨੇਜਮੈਂਟ ਹੋ ਸਕੇਗੀ, ਤੇ ਵਧੀਆ ਫੰਡਿੰਗ ਜਿਹੜੀ ਆ ਉਹ ਕਾਰਪੋਰੇਸ਼ਨ ਨੂੰ ਦਿੱਤੀ ਜਾ ਸਕੇਗੀ। ਆਪਾਂ ਅੱਗੇ ਵੀ ਗੱਲ ਕੀਤੀ ਸੀ ਇੱਕ ਦਿਨ ਕਿ ਸਨ 2011 ਦੇ ਵਿੱਚ ਇਹਨਾਂ ਨੂੰ ਵੱਖਰਾ ਕਰ ਦਿੱਤਾ ਗਿਆ ਸੀ, ਉਹਦੇ ਵਿੱਚ ਨਾਰਥ ਹੋਵੇ, ਸਾਊਥ ਹੋਵੇ ਤੇ ਈਸਟ, ਇਹ 3 ਤਰ੍ਹਾਂ ਦੀਆਂ ਕਾਰਪੋਰੇਸ਼ਨਸ ਬਣ ਗਈਆਂ ਸੀ। ਪਰ ਬਾਅਦ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਇਹਨਾਂ ਨੂੰ ਫੇਰ ਇੱਕ ਕਰਨਾ, ਤੇ ਜਿਹੜੀ 21 ਮਾਰਚ ਦੀ ਮੈਂ ਉਸ ਵਿਧਾਨ ਸਭਾ ਦੇ ਅੰਦਰ ਅਰਵਿੰਦ ਕੇਜਰੀਵਾਲ ਹੋਣਾ ਦੇ ਭਾਸ਼ਣ ਦੀ ਗੱਲ ਕਰ ਰਿਹਾ, ਉਹ ਇਸੇ ਸੰਦਰਭ ਨੂੰ ਲੈ ਕੇ ਸੀ ਕਿ ਇਸ ਨਾਲ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਡਰ ਗਈ ਆ, ਉਹ ਚੋਣਾਂ ਨਹੀਂ ਲੜਨਾ ਚਾਹੁੰਦੀ। ਤਾਂ ਅੱਜ ਉਸੇ ਦਿਨ ਜਦੋਂ ਧਰਨਾ ਪ੍ਰਦਰਸ਼ਨ ਹੋ ਰਹੇ ਸੀ ਅਰਵਿੰਦ ਕੇਜਰੀਵਾਲ ਹੋਣਾ ਦੇ ਘਰ ਦੇ ਬਾਹਰ, ਉਸੇ ਦੌਰਾਨ ਅੱਜ ਦੇ ਸਮੇਂ ਦੇ ਦੌਰਾਨ ਬਿੱਲ ਵੀ ਪੇਸ਼ ਕੀਤਾ ਜਾ ਰਿਹਾ ਸੀ। ਸੋ ਇਸ ਦੀ ਟਾਈਮਿੰਗ ਨੂੰ ਲੈ ਕੇ ਜਿਹੜੀ ਸੀ ਉਹ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਸੀ। ਦੂਸਰੇ ਪਾਸੇ ਦਿੱਲੀ ਪੁਲਿਸ ਤੇ ਵੀ, ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਨੇ। 70 ਦੇ ਕਰੀਬ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰਸ ਆ, ਜਿਹੜੇ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਨ ਗਏ ਸੀ, ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਰਾਉਂਡ ਅਪ ਕੀਤਾ ਗਿਆ। ਔਰ ਇਸ ਤੋਂ ਇਲਾਵਾ ਵੀ ਤੁਸੀਂ ਦੇਖੋ, ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਵੀ ਗੱਲ ਕਹੀ ਹੈ ਕਿ ਉਹਨਾਂ ਨੇ ਘਰ ਤੇ ਪੇਂਟ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਕੈਮੀਕਲ ਪਦਾਰਥ ਆ ਉਹ ਵੀ ਸੁੱਟਣ ਦੀ ਕੋਸ਼ਿਸ਼ ਕੀਤੀ ਆ, ਉਹਦੀਆਂ ਤਸਵੀਰਾਂ ਵੀ ਆਈਆਂ। ਸੋ ਆਪਸ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਬੜੀ ਗਹਿਮਾ ਗਹਿਮੀ ਹੋ ਗਈ ਆ। ਔਰ ਜਿਹੜੀਆਂ ਟਿੱਪਣੀਆਂ ਆਉਣੀਆਂ, ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਹਾਰ ਤੋਂ ਬੁਖਲਾ ਗਈ ਹੈ, ਖਾਸ ਤੌਰ ਤੇ ਪੰਜਾਬ ਦੀ ਹਾਰ ਨੂੰ ਦੇਖ ਕੇ। ਇਸੇ ਤਰ੍ਹਾਂ ਦੀ ਟਿੱਪਣੀ ਹੈ ਜਿਹੜੀ ਰਾਘਵ ਚੱਡਾ ਹੋਣਾ ਵੱਲੋਂ ਵੀ ਆਉਂਦੀ ਹੈ। ਔਰ ਆਪਾਂ ਨੂੰ ਪਤਾ ਕਿ ਆਉਣ ਵਾਲੇ ਦਿਨਾਂ ਦੇ ਸਾਲ ਦੇ ਇਸ ਅਖੀਰਲੇ ਮਹੀਨੇ ਦੇ ਵਿੱਚ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਚੋਣਾਂ ਵੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਸ ਦੇ ਵਿੱਚ ਤਲਖੀ ਵੱਧਦੀ ਹੋਈ ਨਜ਼ਰ ਆਉਂਦੀ ਹੈ ਜੀ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਚੋਣਾਂ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਵੀ ਇੱਕ ਮਕਸਦ ਹੋ ਸਕਦਾ ਹੈ, ਕਿਉਂਕਿ ਇਹਨੂੰ ਬਕਾਇਦਾ ਤੌਰ ਤੇ ਚਾਹੇ ਭਗਵੰਤ ਮਾਨ ਹੋਣ, ਚਾਹੇ ਹਰਪਾਲ ਚੀਮਾ ਹੋਣ, ਚਾਹੇ ਹੋਰ ਜਿਹੜੇ ਲੀਡਰ ਹੈਗੇ ਨਾ ਆਮ ਆਦਮੀ ਪਾਰਟੀ ਤੋਂ, ਉਹਨਾਂ ਨੇ ਕਿਹਾ ਕਿ ਇਹ ਹਮਲਾ ਕੀਤਾ ਗਿਆ, ਬਕਾਇਦਾ ਸੋਚਿਆ ਸਮਝਾ ਹਮਲਾ ਸੀ। ਔਰ ਇਹ ਵੀ ਕਿਹਾ ਕਿ ਦਿੱਲੀ ਦੀ ਪੁਲਿਸ ਨੇ ਜੋ ਕਾਰਵਾਈ ਕਰਨੀ ਬਣਦੀ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਵੱਡੇ ਵੱਡੇ ਹਜੂਮ ਇਕੱਠੇ ਹੁੰਦੇ ਆ, ਬੜੇ ਵੱਡੇ ਮੁਜ਼ਾਹਰੇ ਹੁੰਦੇ ਆ, ਜਿਨ੍ਹਾਂ ਨੂੰ ਦਿੱਲੀ ਪੁਲਿਸ ਜਿਹੜੀ ਹੈ ਕੰਟਰੋਲ ਕਰਦੀ ਹੈ। ਪਰ ਇੱਥੇ ਆ ਕੇ ਤੁਸੀਂ 200 ਬੰਦਾ ਕੋਈ ਜ਼ਿਆਦਾ ਨਹੀਂ ਹੈ ਦਿੱਲੀ ਪੁਲਿਸ ਦੇ ਮੁਕਾਬਲੇ। ਔਰ ਉਹਨੂੰ ਇਹ ਕਿਹਾ ਗਿਆ ਕਿ ਬੈਰੀਕੇਡ ਤੋੜਿਆ ਗਿਆ, ਅੱਗੇ ਵਧਾਇਆ ਗਿਆ, ਅੱਗ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਕਿ ਕਿਸੇ ਕੈਮੀਕਲ ਨੂੰ ਅੱਗ ਲਾਈ ਗਈ, ਬੈਰੀਕੇਡ ਟੁੱਟੇ ਹੋਏ ਵੀ ਦਿਖਾਏ ਗਏ। ਇਸ ਤਰ੍ਹਾਂ ਦਾ ਜਿਹੜੀ ਘਟਨਾਵਾਂ ਵਾਪਰਨੀਆਂ, ਔਰ ਇਹਨਾਂ ਘਟਨਾਵਾਂ ਤੋਂ ਬਾਅਦ ਜੇ ਸਿਸੋਦੀਆ ਹੋਣੀ ਇਸ ਤਰ੍ਹਾਂ ਦਾ ਬਿਆਨ ਦਿੰਦੇ ਆ ਕਿ ਅਰਵਿੰਦ ਕੇਜਰੀਵਾਲ ਨੂੰ ਕਤਲ ਕਰਨ ਦੀ ਸਾਜ਼ਿਸ਼ ਹੈ, ਉਹਨੂੰ ਇਹ ਕਹਿੰਦੇ ਆ ਕਿ
ਕਤਲ ਕਰਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ, ਤਾਂ ਇਹਦੇ ਤੇ ਗੌਰ ਕਰਨੀ ਬਣਦੀ। ਔਰ ਮੇਰਾ ਖਿਆਲ ਹੈ ਕਿ ਬਕਾਇਦਾ ਤੌਰ ਤੇ ਇਹ ਛਾਣਬੀਨ ਹੋ ਕੇ ਮਾਮਲਾ ਬਿਲਕੁਲ ਕਲੀਅਰ ਹੋਣਾ ਚਾਹੀਦਾ, ਸਾਫ਼ ਹੋਣਾ ਚਾਹੀਦਾ, ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਬਿਆਨ ਆ ਉਹ ਕਿਤੇ ਨਾ ਕਿਤੇ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ। ਤੁਹਾਡਾ ਕੀ ਖਿਆਲ ਹੈ, ਜੇ ਇਸ ਗੱਲ ਤੋਂ ਪਰਦਾ ਹਿਲਾਉਣਾ ਹੋਵੇ, ਜੇ ਸਿਸੋਦੀਆ ਉਹਨਾਂ ਦੇ ਬਿਆਨ ਨੂੰ ਜੇ ਸਾਫ਼ ਕਰਨਾ ਹੋਵੇ ਜਾਂ ਉਸ ਬਿਆਨ ਦੀ ਸੱਚਾਈ ਜਾਣਨੀ ਹੋਵੇ, ਤਾਂ ਇਹਦੇ ਤੇ ਕੋਈ ਕਾਰਵਾਈ ਕਰਨੀ ਬਣਦੀ ਹੈ ਜਾਂ ਨਹੀਂ ਬਣਦੀ? ਦੇਖੋ, ਮੈਨੂੰ ਲੱਗਦਾ ਕਿ ਜਿਹੜੇ ਮੁੱਖ ਮੰਤਰੀ ਦਾ ਰੈਜ਼ੀਡੈਂਸ ਆ ਜਾਂ ਉਹਨਾਂ ਦੀ ਰਿਹਾਇਸ਼ ਆ ਜਾਂ ਉਹਨਾਂ ਦਾ ਦਫ਼ਤਰ ਆ, ਉਹ ਤਾਂ ਜਿਹੜਾ ਮਹਿਫੂਜ਼ ਹੋਣਾ ਚਾਹੀਦਾ, ਸਿਕਿਉਰ ਹੋਣਾ ਚਾਹੀਦਾ, ਸੁਰੱਖਿਅਤ ਹੋਣਾ ਚਾਹੀਦਾ। ਧਰਨਾ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਜਿਹੜਾ ਉਹ ਅਧਿਕਾਰ ਆ, ਉਹਨਾਂ ਦਾ ਬੇਸਿਕ ਰਾਈਟ ਹੈ। ਲੇਕਿਨ ਧਰਨਾ ਪ੍ਰਦਰਸ਼ਨ ਦੇ ਦੌਰਾਨ ਕਿਸੇ ਵੀ ਮੁੱਖ ਮੰਤਰੀ ਜਾਂ ਚੁਣੇ ਹੋਏ ਇਸ ਤਰ੍ਹਾਂ ਦੇ ਵਿਅਕਤੀ, ਉਹਨਾਂ ਦੀ ਕਿਸੇ ਤਰ੍ਹਾਂ ਜਾਨ ਮਾਲ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਹੋਣੀ ਚਾਹੀਦੀ। ਤੁਸੀਂ ਦੇਖੋ, ਮਨਜਿੰਦਰ ਸਿੰਘ ਸਿਰਸਾ ਹੀ ਅੱਜ ਬਿਆਨ ਦੇ ਰਹੇ ਸੀ, ਕਹਿੰਦੇ ਅਸੀਂ ਸੋਨੀਆ ਗਾਂਧੀ ਹੁਣਾਂ ਦੇ ਘਰ ਵੀ ਜਾ ਕੇ ਕਹਿੰਦੇ ਧਰਨਾ ਪ੍ਰਦਰਸ਼ਨ ਕੀਤੇ ਆ, ਅਸੀਂ ਤਾਂ ਉਹਨਾਂ ਦੇ ਗੇਟ ਤੇ ਵੀ ਚੜ੍ਹ ਜਾਂਦੇ ਹੁੰਦੇ ਸੀ, ਪਰ ਕਹਿੰਦੇ ਉਹਨਾਂ ਨੇ ਤਾਂ ਕਦੇ ਕਤਲ ਦੀ ਗੱਲ ਨਹੀਂ ਕਹੀ। ਸੋ ਇਸ ਤਰ੍ਹਾਂ ਦੀ ਗੱਲਾਂ, ਕਿਉਂਕਿ ਥੋੜੀ ਜਿਹੀ ਇਹ ਗੱਲ ਜ਼ਰੂਰ ਆ ਕਿ ਮੈਨੂੰ ਲੱਗਦਾ ਮਨੀਸ਼ ਸਿਸੋਦੀਆ ਦਾ ਜਿਹੜਾ ਇਹ ਬਿਆਨ ਆ ਥੋੜਾ ਜ਼ਿਆਦਾ ਐਗਜ਼ੈਜਰੇਟਿਡ ਆ, ਥੋੜਾ ਵਧਾ ਚੜਾ ਕੇ ਉਹਨਾਂ ਨੇ ਗੱਲ ਕੀਤੀ ਆ। ਇਹ ਜ਼ਰੂਰ ਆ ਕਿ ਉੱਥੇ ਸਾਰਾ ਕੁਝ ਇਹ ਕੁਝ ਹੋਇਆ, ਔਰ ਦਿੱਲੀ ਪੁਲਿਸ ਦੀ ਜਿਹੜੀ ਭੂਮਿਕਾ ਹੋਰ ਬਿਹਤਰ ਹੋ ਸਕਦੀ ਸੀ ਸੁਰੱਖਿਆ ਪ੍ਰਦਾਨ ਕਰਨ ਦੇ ਵਿੱਚ, ਕਿ ਆਖਰਕਾਰ ਇੱਕ ਦਿੱਲੀ ਦੇ ਮੁੱਖ ਮੰਤਰੀ ਦਾ, ਕਿਉਂਕਿ ਧਰਨਾ ਪ੍ਰਦਰਸ਼ਨ ਜ਼ਰੂਰ ਕਰ ਸਕਦੇ ਆ ਲੋਕ, ਵੈਸੇ ਜਿਹੜੇ ਆ ਜਾਂ ਕਈ ਇਸ ਤਰ੍ਹਾਂ ਦੇ ਗਰੁੱਪ ਆ, ਉਹ ਪ੍ਰਧਾਨ ਮੰਤਰੀ ਦੇ ਘਰ ਦੇ ਅੱਗੇ ਵੀ ਧਰਨਾ ਪ੍ਰਦਰਸ਼ਨ ਕਰਨ ਜਾਂਦੇ ਆ ਜਾਂ ਹੋਰ ਮੰਤਰੀਆਂ ਦੇ ਘਰੇ ਵੀ ਜਾਂਦੇ ਆ, ਲੇਕਿਨ ਇੱਥੋਂ ਤੱਕ ਨੌਬਤ ਨਹੀਂ ਪਹੁੰਚਦੀ। ਸੋ ਇਸ ਤਰ੍ਹਾਂ ਦੀ ਗੱਲਾਂ, ਦੇਖੋ ਤਹਿਕੀਕਾਤ ਦਾ ਮਸਲਾ ਇੱਥੋਂ ਤੱਕ ਕਿਉਂ ਹੋਇਆ, ਕਿੰਨਾ ਨੁਕਸਾਨ ਹੋਇਆ, ਕਿੰਨੀ ਕੁ ਨਜ਼ਦੀਕ ਪਹੁੰਚ ਗਏ ਸੀ, ਇਹ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਦਿੱਲੀ ਪੁਲਿਸ ਦੀ ਜਿਹੜੀ ਜਾਂਚ ਹੋਏਗੀ ਉਸ ਤੋਂ ਪਤਾ ਲੱਗੇਗਾ। ਜੀ, ਤੁਹਾਡੀ ਗੱਲ ਠੀਕ ਹੈ, ਪਰ ਇਹਦੇ 'ਚ ਇੱਕ ਗੱਲ ਜ਼ਰੂਰ ਹੈ ਮਨਪ੍ਰੀਤ ਜੀ, ਸਿਸੋਦੀਆ ਉਹਨਾਂ ਦੇ ਬਿਆਨ ਨੂੰ ਮੈਂ ਗੰਭੀਰ ਲੈ ਰਿਹਾ, ਤੁਸੀਂ ਵੀ ਗੰਭੀਰ ਲੈ ਰਹੇ ਹੋ। ਜਿਵੇਂ ਪਿਛਲੇ ਸਮੇਂ ਦੇ ਵਿੱਚ ਹਜੂਮ ਨੇ ਜੋ ਕੁਝ ਕੀਤਾ ਹੈ, ਬਹੁਤ ਸਾਰੇ ਕਤਲ ਵੀ ਹੋਏ ਆ, ਇਸ ਤਰ੍ਹਾਂ ਦਾ ਹਜੂਮ ਜਿਹੜਾ ਹੈਗਾ, ਕਿਉਂਕਿ ਜੇ ਹਜੂਮ ਉੱਥੋਂ ਤੱਕ ਪਹੁੰਚ ਜਾਵੇ, ਨਿਸ਼ਾਨੇ ਤੱਕ ਪਹੁੰਚ ਜਾਵੇ, ਤਾਂ ਅੱਗੇ ਹਜੂਮ ਨੇ ਕੀ ਕਰਨਾ ਹੈ ਕੋਈ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਇਹਦੇ ਵਿੱਚ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਜਵਾਬਦੇਹੀ ਵੀ ਬਣਦੀ ਹੈ ਮੇਰੇ ਖਿਆਲ ਦੇ ਮੁਤਾਬਕ। ਔਰ ਸਿਸੋਦੀਆ ਦੇ ਬਿਆਨ ਨੂੰ ਡਿਪਟੀ ਸੀਐਮ ਨੇ ਦਿੱਲੀ ਦੇ, ਕੋਈ ਛੋਟੇ ਲੀਡਰ ਨਹੀਂ ਹੈਗੇ, ਜੋ ਕਹਿ ਰਿਹਾ, ਤਾਂ ਮੇਰਾ ਖਿਆਲ ਦਿੱਲੀ ਪੁਲਿਸ ਨੂੰ ਗੰਭੀਰਤਾ ਨਾਲ ਲੈਣਾ ਪਏਗਾ। ਪਰ ਵਧਿਆ ਸੀ ਅਗਲੀ ਖਬਰ ਵੱਲ। ਅਗਲੀ ਖਬਰ ਜਿਹੜੀ ਪੀਟੀਸੀ ਚੈਨਲ ਨਾਲ ਸੰਬੰਧਿਤ ਹੈ। ਵੈਸੇ ਤਾਂ ਪੀਟੀਸੀ ਚੈਨਲ ਨਾਲ ਸੰਬੰਧਿਤ ਸਿੱਧੇ ਤੌਰ ਤੇ ਨਹੀਂ ਹੈ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਨਹੀਂ ਕਿਹਾ ਕਿ ਪੀਟੀਸੀ ਨੂੰ ਤੁਸੀਂ ਪ੍ਰਸਾਰਨ ਨਾ ਦਿਓ, ਪਰ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਤੁਸੀਂ ਜਿਹੜਾ ਪ੍ਰਸਾਰਨ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਤੁਸੀਂ ਆਪਣਾ ਚੈਨਲ ਬਣਾਓ। ਇਹ ਕਿਸ ਮਕਸਦ ਕਰਕੇ ਇਹ ਸਾਰਾ ਮਾਮਲਾ ਸਾਹਮਣੇ ਆਇਆ? ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਦੇ ਕਿਉਂ ਹੁਕਮ ਜਾਰੀ ਕਰਨੇ ਪਏ? ਦੇਖੋ, ਮੈਨੂੰ ਲੱਗਦਾ ਇਸ ਦੀ ਮੰਗ ਬੜੀ ਦੇਰ ਤੋਂ ਉੱਠ ਰਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਉਹਨਾਂ ਦਾ ਨਿੱਜੀ ਚੈਨਲ ਹੋਵੇ, ਜਿਹੜਾ ਕਿ ਪ੍ਰਸਾਰਣ ਆ ਗੁਰਬਾਣੀ ਦਾ ਸ਼੍ਰੀ ਹਰਿਮੰਦਰ ਸਾਹਿਬ ਤੋਂ ਹੁੰਦਾ, ਉਸ ਦਾ ਵੱਧ ਤੋਂ ਵੱਧ ਜਿਹੜਾ ਪ੍ਰਸਾਰ ਆ ਉਹ ਪੂਰੇ ਦੁਨੀਆ ਤੱਕ ਫੈਲੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਕਰੋੜਾਂ ਲੋਕ ਜਿਹੜੇ ਵਸਦੇ ਨੇ, ਜਿਹੜੇ ਇਸ ਗੁਰਬਾਣੀ ਦਾ ਜਿਹੜਾ ਆਨੰਦ ਮਾਣਨਾ ਚਾਹੁੰਦੇ ਨੇ, ਔਰ ਉਹਨਾਂ ਤੱਕ ਕਈ ਵਾਰੀ ਪਹੁੰਚ ਨਹੀਂ ਹੋ ਸਕਦੀ। ਸੋ ਇਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਕੋਸ਼ਿਸ਼ਾਂ ਹੋਈਆਂ ਨੇ। ਹੁਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਨੇ, ਉਹਨਾਂ ਨੇ ਇਹ ਜਿਹੜੀ ਰਿਕੁਐਸਟ ਆ, ਇੱਕ ਤਾਕੀਦ ਆ, ਉਹ ਕੀਤੀ ਹੈ SGPC ਦੇ ਪ੍ਰਧਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ। ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਇੱਕ ਨਿੱਜੀ ਚੈਨਲ ਸਥਾਪਿਤ ਕਰੋ, ਤਾਂ ਕਿ ਇਹ ਜਿਹੜਾ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਆ ਉਸ ਜ਼ਰੀਏ ਹੋ ਸਕੇ। ਔਰ ਉਹਨਾਂ ਨੇ ਇਸ ਗੱਲ ਨੂੰ ਹਾਂ ਵੀ ਕਰਤੀ। ਤੁਹਾਨੂੰ ਪਤਾ ਹੀ ਹੈ ਕਿ ਅੱਜ SGPC ਦਾ ਜਿਹੜਾ ਬਜਟ ਆ ਉਹ ਵੀ ਪਾਸ ਹੋਇਆ। ਸੋ ਇਸੇ ਕਰਕੇ ਉਹਨਾਂ ਦਾ ਇਜਲਾਸ ਸੀਗਾ, ਉਸ ਦੇ ਵਿੱਚ ਬਜਟ ਪਾਸ ਕੀਤਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ। ਇਹ ਤੇ ਮੈਂ ਥੋੜਾ ਜਿਹਾ ਪਿਛੋਕੜ ਵੀ ਤੁਹਾਨੂੰ ਦੱਸਣਾ ਚਾਹੁੰਦਾ। ਦਰਅਸਲ ਸਨ 2020 ਦੇ ਵਿੱਚ 14 ਫਰਵਰੀ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜਿਹੜੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮਹਿਕਮੇ ਦੇ ਮਿਨਿਸਟਰ ਸੀ, ਉਹ ਇੱਕ ਡੈਲੀਗੇਸ਼ਨ ਲੈ ਕੇ ਗਏ ਸੀ। ਉਦੋਂ ਵੀ ਉਹਨਾਂ ਨੇ ਜਾ ਕੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲੇ ਸੀ, ਤੇ ਉਹਨਾਂ ਨੇ ਇਹ ਰਿਕੁਐਸਟ ਕੀਤੀ ਸੀ ਕਿ ਤੁਸੀਂ ਇਸ ਦੇ ਜਿਹੜੇ ਸਿੱਧੇ ਪ੍ਰਸਾਰਣ ਦੇ ਅਧਿਕਾਰ ਆ ਹੋਰ ਚੈਨਲਸ ਨੂੰ ਵੀ ਦਿਓ, ਜਾਂ ਜਿਹੜੇ ਆ ਕਿਸੇ ਇੱਕ ਜਿਹੜੇ ਪਰਿਵਾਰ ਦੇ ਚੈਨਲ ਦੇ ਨਹੀਂ ਹੋਣੇ ਚਾਹੀਦੇ। ਇਹ ਗੱਲ ਉਹਨਾਂ ਨੇ ਕਹੀ ਸੀ। ਉਸ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ, ਉਹ ਵੀ ਇੱਕ ਡੈਲੀਗੇਸ਼ਨ ਲੈ ਕੇ ਗਏ ਸੀ। 8 ਦਸੰਬਰ ਸਨ 2021 ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸੀ, ਉਹ ਵੀ ਇੱਕ ਡੈਲੀਗੇਸ਼ਨ ਲੈ ਕੇ ਜਾ ਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਨੂੰ ਮਿਲੇ ਸੀ। ਤੇ ਇਸੇ ਤਰ੍ਹਾਂ ਦੀ ਰਿਕੁਐਸਟ, ਇਸੇ ਤਰ੍ਹਾਂ ਦੀ ਬੇਨਤੀ ਉਦੋਂ ਵੀ ਕੀਤੀ ਗਈ ਸੀ। ਬਲਕਿ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਅਧਿਕਾਰ ਆ ਸਾਰੇ ਰੇਡੀਓਜ਼ ਤੇ ਸਾਰੇ ਜਿੰਨੇ TV ਚੈਨਲਸ ਆ ਉਹਨਾਂ ਨੂੰ ਤੁਸੀਂ ਦੇ ਦਿਓ।
ਜਿੱਥੇ ਜਿੱਥੇ ਵੀ ਕਿਸੇ ਰੇਡੀਓ ਦੀ ਕਿਸੇ ਟੀਵੀ ਚੈਨਲ ਦੀ ਪਹੁੰਚ ਆ, ਉੱਥੋਂ ਤੱਕ ਉਹ ਪਹੁੰਚ ਕਰਕੇ ਜਿਹੜੇ ਤਮਾਮ ਉਹਨਾਂ ਦੇ ਦਰਸ਼ਕ ਹੋਣਗੇ ਜਾਂ ਵਿਊਅਰਸ ਹੋਣਗੇ, ਉਸ ਚੀਜ਼ ਦਾ ਉਹ ਸਰਵਣ ਕਰ ਸਕਣਗੇ, ਸੇਵਨ ਕਰ ਸਕਣਗੇ, ਉਹਨਾਂ ਤੱਕ ਇਹ ਪਹੁੰਚ ਜਾਏਗੀ। ਇਸ ਤਰ੍ਹਾਂ ਦੀ ਰਿਕੁਐਸਟ ਉਦੋਂ ਕੀਤੀ ਗਈ ਸੀ। ਲੇਕਿਨ ਹੁਣ ਮੈਨੂੰ ਲੱਗਦਾ ਇਹਦਾ ਅਮਲੀ ਜਮਾ। ਮੈਂ ਇਸ ਚੀਜ਼ ਨੂੰ ਇੱਕ ਹੋਰ ਸੰਦਰਭ ਦੇ ਵਿੱਚ ਵੀ ਦੇਖਦਾ। ਤੁਸੀਂ ਮਦਨਦੀਪ ਸਿੰਘ ਜੀ ਯਾਦ ਕਰੋ, ਜਦੋਂ 10 ਮਾਰਚ ਨੂੰ ਨਤੀਜੇ ਆਉਂਦੇ ਨੇ ਤੇ ਉਦੋਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਇੱਕ ਬਿਆਨ ਆਉਂਦਾ। ਉਹ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਕਿ ਇਸ ਖੇਤਰੀ ਪਾਰਟੀ ਦਾ ਹਾਰਨਾ ਜਾਂ ਇੰਨਾ ਸੀਮਿਤ ਹੋ ਜਾਣਾ ਪੰਜਾਬ ਦੇ ਜਾਂ ਜਿਹੜੇ ਸਿੱਖ ਭਾਈਚਾਰੇ ਲਈ ਬਹੁਤ ਵਧੀਆ ਨਹੀਂ ਹੈ, ਜਾਂ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ। ਇਸ ਬਿਆਨ ਦੀ ਬਾਅਦ ਦੇ ਵਿੱਚ ਬਹੁਤ ਆਲੋਚਨਾ ਵੀ ਹੋਈ ਸੀ, ਇਹ ਵੀ ਆਪਾਂ ਨੂੰ ਪਤਾ। ਮੈਨੂੰ ਲੱਗਦਾ ਕਿ ਹੁਣ ਇਸ ਤਰ੍ਹਾਂ ਦੇ ਜਿਹੜਾ ਕੋਈ ਕਰਕੇ ਜਾਂ ਇਸ ਤਰ੍ਹਾਂ ਦਾ ਫੈਸਲਾ ਲੈ ਕੇ ਸ਼ਾਇਦ ਉਹ ਦੱਸਣਾ ਚਾਹੁੰਦੇ ਨੇ ਕਿ ਉਹ ਕਿਸੇ ਪਾਰਟੀ ਦੇ ਨਾਲ ਨਹੀਂ ਹੈ ਜਾਂ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਨਹੀਂ ਹੈ। ਉਹ ਤਾਂ ਜਿਸ ਤਰ੍ਹਾਂ ਹੈਗੇ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਸਾਰੇ ਵੱਡੇ ਸਰਬੱਤ ਦੇ ਜਿਹੜਾ ਸਾਰੇ ਉਹਨਾਂ ਨੂੰ ਮੰਨਦੇ ਨੇ, ਸਾਰਿਆਂ ਦੇ ਉਹ ਜਥੇਦਾਰ ਨੇ। ਹੋ ਸਕਦਾ ਇਸ ਤਰ੍ਹਾਂ ਦੀ ਕੋਸ਼ਿਸ਼ ਵੀ ਇਸ ਪਿੱਛੇ ਹੋਵੇ ਜੀ। ਮਦਨਦੀਪ, ਅਸੀਂ ਜਾਣਦੇ ਹਾਂ ਕਿ ਮੌਜੂਦਾ ਦੌਰ ਜਿਹੜਾ ਹੈ, ਮੌਜੂਦਾ ਸਮੇਂ ਲੰਬੇ ਸਮੇਂ ਤੋਂ ਮੌਜੂਦਾ ਸਮੇਂ ਵੀ ਪੀਟੀਸੀ ਸਿੱਧਾ ਪ੍ਰਸਾਰਣ ਕਰ ਰਿਹਾ, ਔਰ ਪੀਟੀਸੀ ਨੂੰ ਲੈ ਕੇ ਲਗਾਤਾਰ ਅਸੀਂ ਵਿਵਾਦ ਵੀ ਦੇਖਦੇ ਆ ਰਹੇ ਹਾਂ। ਜਦੋਂ ਅਕਾਲੀ ਦਲ ਤੋਂ ਇਲਾਵਾ ਕਿਸੇ ਦੀ ਸਰਕਾਰ ਆਈ ਹੈ ਪੰਜਾਬ ਦੇ ਅੰਦਰ, ਕਾਂਗਰਸ ਦੀ ਸਰਕਾਰ ਆਈ ਹੈ, ਉਸ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਆਈ। ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਔਰ ਇਹ ਮਾਮਲਾ ਇੱਕ ਵਾਰ ਫਿਰ ਜਿਹੜਾ ਹੈਗਾ ਇਹ ਹੁਣ ਅਕਾਲ ਤਖਤ ਸਾਹਿਬ ਦੀ ਕਚਹਿਰੀ ਵਿੱਚ ਪਹੁੰਚ ਗਿਆ ਹੈ। ਦੇਖਦੇ ਹਾਂ ਅਕਾਲ ਤਖਤ ਦੇ ਜਥੇਦਾਰ ਕਿੰਨੇ ਕੁ ਸਫਲ ਹੁੰਦੇ ਆ। ਜਿਹੜੀ ਅਪੀਲ ਕੀਤੀ ਉਹਨਾਂ ਨੇ, ਵੈਸੇ ਤਾਂ ਜਥੇਦਾਰ ਹੁਕਮ ਹੀ ਜਾਰੀ ਕਰਦੇ ਹੁੰਦੇ ਆ, ਔਰ ਇਸ ਮਾਮਲੇ ਵਿੱਚ ਵੀ ਹੁਕਮ ਹੀ ਜਾਰੀ ਕਰਨਾ ਚਾਹੀਦਾ ਸੀ, ਪਰ ਮਨਪ੍ਰੀਤ ਜੀ ਦਾ ਕਹਿਣਾ ਕਿ ਉਹਨਾਂ ਨੇ ਅਪੀਲ ਜਾਰੀ ਕੀਤੀ ਹੈ। ਮੈਨੂੰ ਲੱਗਿਆ ਸੀ ਕਿ ਹੁਕਮ ਜਾਰੀ ਕੀਤਾ ਹੋਣਾ, ਕਿਉਂਕਿ ਜਦੋਂ ਵੀ ਜਥੇਦਾਰ ਦਾ ਨਾਂ ਆਉਂਦਾ ਹੈ ਤੇ ਜਥੇਦਾਰ ਦੇ ਅਲਫਾਜ਼ ਜਿਹੜੇ ਹੈਗੇ ਆ ਉਹ ਲੋਕਾਂ ਤੱਕ ਆਉਂਦੇ ਆ ਤਾਂ ਦਿਮਾਗ ਵਿੱਚ ਹੁਕਮਨਾਮਾ ਹੀ ਆਉਂਦਾ ਆ। ਸੋ ਇਸ ਕਰਕੇ ਕਿਉਂਕਿ ਜਥੇਦਾਰ ਦਾ ਰੁਤਬਾ ਬਹੁਤ ਵੱਡਾ ਸੀ ਸਾਡੇ ਦਿਮਾਗ ਵਿੱਚ, ਇਸ ਕਰਕੇ ਮੇਰੇ ਜਿਹੜਾ ਮੂੰਹ ਤੋਂ ਇਹ ਨਿਕਲਿਆ ਸੀ ਕਿ ਜਥੇਦਾਰ ਉਹਨਾਂ ਨੇ ਹੁਕਮ ਜਾਰੀ ਕੀਤੇ। ਪਰ ਖੈਰ ਅਗਲੀ ਖਬਰ ਜਿਹੜੀ ਹੈ ਉਹ ਵੀ ਕਾਫੀ ਮਹੱਤਵਪੂਰਨ ਹੈ, ਕਿਉਂਕਿ ਕੋਰੋਨਾ ਕਾਲ ਦੇ ਦੌਰਾਨ ਸਕੂਲ ਕਹਿ ਰਹੇ ਸੀ ਕਿ ਸਾਨੂੰ ਬੜਾ ਭਾਰੀ ਨੁਕਸਾਨ ਹੋਇਆ ਹੈ, ਔਰ ਸਕੂਲ ਮਾਲਕਾਂ ਤੇ ਬੱਚਿਆਂ ਦੇ ਮਾਪਿਆਂ ਦੇ ਦਰਮਿਆਨ ਪਿਛਲੇ ਸਮੇਂ ਅਸੀਂ ਬੜੀ ਟੈਨਸ਼ਨ ਵੀ ਦੇਖੀ ਹੈ। ਸਕੂਲ ਦੇ ਪ੍ਰਬੰਧਕ ਫੀਸਾਂ ਵਧਾਉਣੀਆਂ ਚਾਹੁੰਦੇ ਸੀ, ਮਾਲਕ ਇਹ ਚਾਹੁੰਦੇ ਸੀ ਕਿ ਫੀਸਾਂ ਨਾ ਵਧਾਈਆਂ ਜਾਣ, ਕਿਉਂਕਿ ਕੋਰੋਨਾ ਕਾਲ ਦੇ ਦੌਰਾਨ ਤਾਂ ਮਾਪਿਆਂ ਦੀ ਵੀ ਉਹ ਹਾਲਤ ਹੋਈ ਹੈ ਜੋ ਕਾਰੋਬਾਰ ਦੀ ਹੋਈ, ਉਹਨਾਂ ਦੇ ਕਾਰੋਬਾਰ ਵੀ ਡੁੱਬੇ ਆ, ਔਰ ਬਹੁਤ ਬੁਰੀ ਤਰ੍ਹਾਂ ਨਾਲ ਆਰਥਿਕ ਧੱਕੇ ਲੱਗੇ ਆ ਸਾਰਿਆਂ ਨੂੰ। ਔਰ ਸਰਕਾਰਾਂ ਇਸ ਮਾਮਲੇ ਵਿੱਚ ਪਹਿਲੀ ਸਰਕਾਰ ਜਿਹੜੀ ਹੈਗੀ ਹੈ ਕਾਂਗਰਸ ਸਰਕਾਰ ਪੰਜਾਬ ਦੀ, ਉਹ ਅਸਫਲ ਰਹੀ ਹੈ। ਭਾਵੇਂ ਉਹ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਭਾਵੇਂ ਉਹ ਚੰਨੀ ਸਰਕਾਰ ਹੋਵੇ, ਉਹ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੈਗਾ ਉਹ ਨਹੀਂ ਸੀ ਦੇ ਸਕੀ। ਪਰ ਮਨਪ੍ਰੀਤ ਜੀ ਭਗਵੰਤ ਮਾਨ ਉਹਨਾਂ ਨੇ ਅੱਜ ਹੁਕਮ ਜਾਰੀ ਕੀਤੇ ਹੈ। ਉਹਨਾਂ ਨੇ ਨਿੱਜੀ ਸਕੂਲਾਂ ਨੂੰ ਕਿਹਾ ਕਿ ਮੌਜੂਦਾ ਜਿਹੜਾ ਸੈਸ਼ਨ ਹੈ, ਇਸ ਸੈਸ਼ਨ ਦੇ ਦੌਰਾਨ ਫੀਸਾਂ ਨਾ ਵਧਾਈਆਂ ਜਾਣ, ਕਿਸੇ ਵੀ ਤਰ੍ਹਾਂ ਦੀ ਫੀਸਾਂ ਨਾ ਵਧਾਈਆਂ ਜਾਣ, ਔਰ ਉਹਨਾਂ ਨੇ ਕਿਤਾਬਾਂ ਜਾਂ ਕਾਪੀਆਂ ਜਾਂ ਜਿਹੜੇ ਹੋਰ ਜਿਹੜਾ ਸਾਜੋ ਸਮਾਨ ਹੈ ਬੱਚਿਆਂ ਨਾਲ ਸੰਬੰਧਿਤ ਵਰਦੀਆਂ ਜਾਂ ਜੋ ਵੀ ਹੈ, ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਾ ਲਾਈ ਜਾਵੇ ਕਿ ਕਿਹੜੀ ਦੁਕਾਨ ਤੋਂ ਖਰੀਦ ਕੇ ਲਿਆਉਣ ਜਾਂ ਤੁਹਾਡੇ ਸਕੂਲ ਵਿੱਚੋਂ ਖਰੀਦਣ। ਇਹਦੇ ਲਈ ਵੀ ਉਹਨਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਮਾਪੇ ਜਿੱਥੋਂ ਮਰਜ਼ੀ ਜਾ ਕੇ ਖਰੀਦਣ, ਜਿੱਥੋਂ ਉਹਨਾਂ ਨੂੰ ਠੀਕ ਲੱਗਦਾ ਉੱਥੋਂ ਜਾ ਕੇ ਖਰੀਦ ਸਕਦੇ ਹੈ। ਤੁਹਾਡਾ ਕੀ ਕਹਿਣਾ ਹੈ? ਨਾਲ ਜਿਹੜਾ ਉਹਨਾਂ ਨੇ ਹੋਰ ਕੁਝ ਕਿਹਾ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਸਾਨੂੰ। ਨਹੀਂ, ਬਿਲਕੁਲ ਤੁਸੀਂ ਗੱਲ ਪਹਿਲਾਂ ਹੀ ਸਪਸ਼ਟ ਕਰਤੀ ਹੈ। ਉਹਨਾਂ ਨੇ ਕੇਵਲ ਇਹੀ ਗੱਲ ਕਹੀ ਹੈ ਕਿ ਇੱਕ ਤਾਂ ਜਿਹੜੇ ਸਕੂਲ ਆ, ਨਿੱਜੀ ਸਕੂਲ ਆ, ਉਹ ਜਿਹੜੇ ਉਹਨਾਂ ਨੇ ਅੱਜ ਹੁਕਮ ਜਾਰੀ ਕੀਤੇ ਆ, ਉਸ ਤੋਂ ਬਾਅਦ ਉਹ ਫੀਸਾਂ ਨਾ ਵਧਾਉਣ। ਔਰ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਜਿਹੜੀ ਵਰਦੀਆਂ ਜਾਂ ਜਿਹੜੀਆਂ ਕਾਪੀਆਂ ਕਿਤਾਬਾਂ ਉਹ ਕਿਸੇ ਖਾਸ ਦੁਕਾਨ ਤੋਂ ਨਾ ਖਰੀਦਣ। ਸੋ ਇਸ ਤਰ੍ਹਾਂ ਦੀ ਤਾਕੀਦ ਕੀਤੀ ਹੈ, ਔਰ ਮੈਨੂੰ ਲੱਗਦਾ ਇਹ ਅਮਲ ਵਿੱਚ ਆ ਜਾਏਗੀ। ਬਾਕੀ ਇਹ ਗੱਲ ਠੀਕ ਹੈ ਕਿ ਬਹੁਤ ਸਾਰੇ ਸਕੂਲ ਜਦੋਂ COVID-19 ਵਾਇਰਸ ਦੇ ਦੌਰਾਨ ਬੰਦ ਵੀ ਰਹੇ ਆ, ਔਰ ਬਹੁਤ ਸਾਰੇ ਸਕੂਲ ਬੰਦ ਸਦਾ ਲਈ ਵੀ ਹੋ ਗਏ ਆ, ਕਿਉਂਕਿ ਉਹ ਖਰਚੇ ਨਹੀਂ ਸੀ ਚਲਾ ਸਕਦੇ ਅਧਿਆਪਕ, ਕਿਉਂਕਿ ਉਹਨਾਂ ਨੂੰ ਤਨਖਾਹਾਂ ਵੀ ਮਿਲਦੀਆਂ ਸੀ। ਚੰਗਾ ਹੁੰਦਾ ਜੇ, ਮੈਨੂੰ ਲੱਗਦਾ ਇਹ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਜਿਹੜੇ ਨਿੱਜੀ ਸਕੂਲਾਂ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਦੇ ਨਾਲ ਜਾਂ ਟੀਚਰਸ ਦੇ ਨਾਲ ਜਾਂ ਜੋ ਵੀ ਉਹਨਾਂ ਦੇ ਮਾਲਕ ਆ ਉਹਨਾਂ ਦੇ ਨਾਲ ਇੱਕ ਬੈਠਕ ਹੋ ਜਾਂਦੀ, ਤਾਂ ਕਿ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ, ਕਿਉਂਕਿ ਸਰਕਾਰ ਨੇ ਜਾਂ ਪਿਛਲੀ ਸਰਕਾਰ ਨੇ ਕਿਸੇ ਤਰ੍ਹਾਂ ਦੀ, ਚਾਹੇ ਇਹ ਸਕੂਲ ਹੋਣ ਜਾਂ ਹੋਰ ਵੀ ਪ੍ਰਾਈਵੇਟ ਅਦਾਰੇ ਹੋਣ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਸਰਵਾਈਵ ਕਰਨ ਦੇ ਵਿੱਚ ਜਾਂ ਐਗਜ਼ਿਸਟ ਕਰਨ ਦੇ ਵਿੱਚ ਜਾਂ ਜਿਉਂਦੇ ਰਹਿਣ ਦੇ ਵਿੱਚ ਨਹੀਂ ਦਿੱਤੀ। ਇਹਨਾਂ ਚੀਜ਼ਾਂ ਨੂੰ ਵੀ, ਕਿਉਂਕਿ ਸਾਰੇ ਪਹਿਲੂ ਜਿਹੜੇ ਆ ਉਹ ਡਿਸਕਸ ਹੋ ਜਾਂਦੇ।
ਵੈਸੇ ਤਾਂ ਜਿਹੜੇ ਆਮ ਤੌਰ ਤੇ ਇਹ ਸਮਝਿਆ ਜਾਂਦਾ ਸੀ ਕਿ ਇਸ ਤਰ੍ਹਾਂ ਦੇ ਜਦੋਂ ਫੈਸਲੇ ਆ ਇੱਕ ਪ੍ਰੈਸ ਕਾਨਫਰੰਸ ਕਰਕੇ, ਕਿਉਂਕਿ ਅੱਜ ਕੱਲ ਭਗਵੰਤ ਮਾਨ ਸਿਰਫ ਐਲਾਨ ਕਰਦੇ ਨੇ, ਇੱਕ ਮੋਨੋਲੋਗ ਕਰਦੇ ਨੇ, ਇੱਕ ਪਾਸੇ ਵਾਲਾ ਐਲਾਨ ਕਰ ਦਿੰਦੇ ਨੇ। ਬਿਹਤਰ ਹੁੰਦਾ ਕਿ ਇਹ ਕਿਸੇ ਕਾਨਫਰੰਸ ਦੇ ਵਿੱਚ, ਕਿਉਂਕਿ ਸਵਾਲ ਜਵਾਬ ਵੀ ਹੋਣ ਤਾਂ ਕਿ ਪਤਾ ਲੱਗੇ ਕਿ ਸਰਕਾਰ ਦੀ ਮਨਸ਼ਾ ਕੀ ਆ। ਪਰ ਹਾਂ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹਿਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਾਲਿਸੀ ਬਣਾਵਾਂਗੇ, ਅਸੀਂ ਦੱਸਾਂਗੇ। ਜਿਸ ਤਰ੍ਹਾਂ ਦੁਕਾਨਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਹੋਰ ਵੀ ਜਿਹੜੀਆਂ ਦੁਕਾਨਾਂ ਦੇ ਐਡਰੈਸ ਆ ਜਿਹੜੇ ਉਹ ਪੇਰੈਂਟਸ ਨੂੰ ਜਾਂ ਮਾਪਿਆਂ ਨੂੰ ਦਿੱਤੇ ਜਾਣ, ਤਾਂ ਕਿ ਉਹ ਵੀ ਆਪਸ਼ਨ ਉਹਨਾਂ ਲਈ ਹੋਵੇ। ਸਿਰਫ ਇੱਕ ਦੁਕਾਨ ਜਿੱਥੇ ਖਾਸ ਤੌਰ ਤੇ ਜਿਹੜੇ ਪ੍ਰਾਈਵੇਟ ਸਕੂਲ ਆ, ਹੋ ਸਕਦਾ ਉਹ ਕੋਈ ਕਮਿਸ਼ਨ ਦਿੰਦੇ ਹੋਣ, ਉਹ ਖਾਸ ਸਕੂਲ ਨਾ ਹੋਣ, ਤਾਂ ਕਿ ਮਾਪਿਆਂ ਉੱਤੇ ਵਾਧੂ ਬੋਝ ਨਾ ਪਵੇ। ਸੋ ਸਾਰੇ ਤਰ੍ਹਾਂ ਦੇ ਪਹਿਲੂ ਆ, ਲੇਕਿਨ ਇਹਦੇ ਤੇ ਕਿਉਂਕਿ ਇੱਕ ਦੂਸਰਾ ਇਹਦਾ ਇੱਕ ਹੋਰ ਵੀ ਪਹਿਲੂ ਆ ਕਿ ਤੁਸੀਂ ਪ੍ਰਾਈਵੇਟ ਸਕੂਲ ਨੂੰ ਤਾਂ ਕਹਿ ਰਹੇ ਹੋ, ਪਰ ਇਹ ਹੋ ਸਕਦਾ ਕਿ ਜਿਹੜੇ ਲੋਕ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਭੇਜਣਾ ਚਾਹੁੰਦੇ ਆ, ਸਰਕਾਰੀ ਸਕੂਲਾਂ ਦਾ ਸਤਰ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਆ। ਚਾਹੇ ਗਵਰਨਮੈਂਟ ਜਾਂ ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰ ਲੇ, ਪਹਿਲਾਂ ਤਾਂ ਉਹਨਾਂ ਨੂੰ ਉਸ ਪੱਧਰ ਤੇ ਲੈ ਕੇ ਆਓ, ਉਸ ਸਤਰ ਤੇ ਲੈ ਕੇ ਆਓ ਉਹਨਾਂ ਦੇ ਵਿੱਚ, ਤਾਂ ਕਿ ਲੋਕ ਆਪਣੇ ਬੱਚੇ ਭੇਜਣਾ ਬਿਹਤਰ ਸਮਝਣ ਜਾਂ ਪਸੰਦ ਕਰਨ। ਅੱਜ ਚਾਹੇ ਕਿੰਨਾ ਵੀ ਕੋਈ ਗਰੀਬ ਵਿਅਕਤੀ ਕਿਉਂ ਨਾ ਹੋਵੇ, ਉਹ ਕੋਸ਼ਿਸ਼ ਉਹਦੀ ਇਹ ਹੁੰਦੀ ਆ ਕਿ ਕਿਸੇ ਚੰਗੇ ਸਕੂਲ 'ਚ, ਕਿਸੇ ਨਿੱਜੀ ਸਕੂਲ 'ਚ ਭੇਜਿਆ ਜਾਵੇ, ਤਾਂ ਕਿ ਉਸ ਦੇ ਬੱਚੇ ਨੂੰ ਬਿਹਤਰ ਐਜੂਕੇਸ਼ਨ ਮਿਲ ਸਕੇ। ਸੋ ਪਹਿਲਾਂ ਤਾਂ ਸਕੂਲਾਂ ਦੇ ਉਸ ਪੱਧਰ ਨੂੰ ਵੀ ਲਿਆਉਣਾ ਪਊਗਾ। ਸੋ ਇਹ ਸਾਰੀਆਂ ਗੱਲਾਂ ਜੁੜਦੀਆਂ ਨੇ। ਆਉਣ ਵਾਲੇ ਦਿਨਾਂ 'ਚ ਦੇਖਣਾ ਪਏਗਾ ਕਿ ਇਸ ਫੈਸਲੇ ਨੂੰ ਕਿਸ ਤਰ੍ਹਾਂ ਲਿਆ ਜਾਂਦਾ। ਹਾਂ, ਉਹਨਾਂ ਲਈ ਜ਼ਰੂਰ ਆ, ਦੇਖੋ ਲੁੱਟ ਖਸੁੱਟ ਜਿਹੜੀ ਨਿੱਜੀ ਸਕੂਲਾਂ ਦੀ ਹੈ ਉਹ ਵੀ ਆਪਾਂ ਨੂੰ ਪਤਾ, ਪਰ ਕੀ ਉਹ ਸਾਰੇ ਕਰਦੇ ਆ ਜਾਂ ਜਿਹੜੇ ਕੁਝ ਸਕੂਲ ਕਰਦੇ ਆ, ਇਹਨਾਂ ਚੀਜ਼ਾਂ ਨੂੰ ਵੀ ਵਿਚਾਰਨਾ ਪਊਗਾ। ਲੇਕਿਨ ਕੁੱਲ ਮਿਲਾ ਕੇ ਫੈਸਲਾ ਠੀਕ ਆ, ਪਰ ਇਹਦੀ ਪਾਲਿਸੀ ਬਣਾਉਣ ਲਈ ਇਹਦੇ ਪਹਿਲੂ ਹੋਰ ਬਹੁਤ ਆ, ਉਹਨਾਂ ਨੂੰ ਵੀ ਵਿਚਾਰ ਅਧੀਨ ਲਿਆਉਣਾ ਪਊਗਾ। ਜੀ ਮਦਨਦੀਪ ਜੀ, ਉਹਨਾਂ ਨੇ ਬੜੇ ਸਖਤ ਸ਼ਬਦ ਵਰਤੇ ਆ। ਉਹਨਾਂ ਨੇ ਕਿਹਾ ਕਿ ਜਿਹੜੀਆਂ ਦੁਕਾਨਦਾਰੀਆਂ ਖੋਲੀਆਂ ਹੋਈਆਂ ਸੀ, ਉਹ ਦੁਕਾਨਦਾਰੀਆਂ ਨਹੀਂ ਅਸੀਂ ਇਸ ਤਰ੍ਹਾਂ ਬਣ ਦਿਆਂਗੇ ਸਿੱਖਿਆ ਦੇ ਖੇਤਰ ਨੂੰ। ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੈਂ ਛੋਟਾ ਹੁੰਦਾ ਖੁਦ ਪੜ੍ਹਦਾ ਆਇਆ, ਸਾਰੇ ਪੜ੍ਹਦੇ ਆ, ਕੰਧਾਂ ਤੇ ਲਿਖਿਆ ਹੁੰਦਾ ਹੈ ਕਿ ਵਿਦਿਆ ਵਿਚਾਰੀ ਦਾ ਪਰ ਉਪਕਾਰੀ। ਉਹਦੇ ਉਪਕਾਰ ਨੂੰ ਅਸੀਂ ਕਹਿੰਦਾ ਵੀ ਲਾਗੂ ਕਰਨਾ ਪੰਜਾਬ 'ਚ। ਅਸੀਂ ਇਹ ਸਿੱਖਿਆ ਜਿਹੜਾ ਹੈਗਾ ਉਹ ਦੁਕਾਨਦਾਰੀ ਨਹੀਂ ਬਣ ਦੇਣਾ। ਇਹ ਤੁਹਾਡੀ ਗੱਲ ਠੀਕ ਹੈ ਮਨਪ੍ਰੀਤ ਜੀ। ਉਹਨਾਂ ਨੇ ਅੱਜ ਕੱਲ੍ਹ ਜਿਹੜਾ ਹੈ ਆਪਣੇ ਸੈਕਟਰੀਏਟ ਦੇ ਦਫ਼ਤਰ ਦੇ ਵਿੱਚ ਹੀ ਸਟੂਡੀਓ ਬਣਾ ਲਿਆ ਆ, ਔਰ ਉੱਥੋਂ ਹੀ ਉਹ ਬਿਆਨ ਜਾਰੀ ਕਰ ਦਿੰਦੇ ਆ ਸਟੂਡੀਓ ਤੋਂ, ਉਹਨੂੰ ਹੀ ਫਿਰ ਰਿਲੇ ਕਰ ਦਿੰਦੇ ਆ ਟੀਵੀ। ਸੋ ਇਹ ਥੋੜਾ ਜਿਹਾ ਇਹਦੇ ਵਿੱਚ ਭਗਵੰਤ ਮਾਨ ਉਹਨਾਂ ਨੂੰ ਦੇਖਣਾ ਪਏਗਾ ਕਿ ਇਸ ਤਰ੍ਹਾਂ ਜਿਹੜਾ ਐਲਾਨ ਕਰ ਦੇਣਾ ਇੱਕ ਤਰਫਾ, ਇਹ ਬਹੁਤੀ ਦੇਰ ਚੱਲਣਾ ਨਹੀਂ ਮੇਰੇ ਖਿਆਲ ਦੇ ਮੁਤਾਬਕ। ਇਹ ਮਾਮਲਾ ਤਾਂ ਕਾਫੀ ਵਿਚਾਰਨ ਵਾਲਾ ਹੈ ਜਿਹੜਾ ਤੁਸੀਂ ਇਸ਼ਾਰੇ ਮਾਤਰ ਕਿਹਾ ਆ। ਅੱਜ ਵੀ ਮੈਂ ਦੇਖ ਰਿਹਾ ਸੀ ਕਿ ਟੈਲੀਵਿਜ਼ਨ ਦੇ ਉੱਪਰ ਸਿਰਫ ਉਹਨਾਂ ਦਾ ਬਿਆਨ ਪ੍ਰਸਾਰਿਤ ਕੀਤਾ ਜਾ ਰਿਹਾ ਸੀ, ਜਿਹੜਾ ਉਹਨਾਂ ਨੇ ਆਪਣੇ ਸਟੂਡੀਓ ਦੇ ਵਿੱਚ ਜਾਰੀ ਕੀਤਾ ਆ। ਇਹਦੇ ਵਿੱਚ ਬਕਾਇਦਾ ਤੌਰ ਤੇ, ਕਿਉਂਕਿ ਇਹ ਜਨਤਾ ਔਰ ਮਾਪਿਆਂ ਔਰ ਬੱਚਿਆਂ ਔਰ ਸਕੂਲ ਦਾ ਇੱਕ ਅਦਾਰਿਆਂ ਦਾ ਮਾਮਲਾ, ਅਦਾਰੇ ਬਹੁਤ ਜ਼ਿਆਦਾ ਹੈ ਪੰਜਾਬ ਦੇ ਅੰਦਰ। ਵਾਕਈ ਜਿਹੜੇ ਸਰਕਾਰੀ ਸਕੂਲ ਉਹਨਾਂ ਦਾ ਪੱਧਰ ਉਹਨਾਂ ਨਹੀਂ ਹੈ, ਇਸ ਕਰਕੇ ਮਜਬੂਰ ਨੇ ਸਰਕਾਰੀ ਸਕੂਲਾਂ ਦੇ ਪੜ੍ਹਾਉਣ ਲਈ। ਸੋ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ, ਟਾਈਮ ਹੋ ਗਿਆ। ਅਸੀਂ ਕੱਲ ਫਿਰ ਕਿਸੇ ਨਵੇਂ ਮੁੱਦੇ ਨਾਲ ਸਨਮੁਖ ਹੋਵਾਂਗੇ ਆਪਣੇ ਸੁਣਨ ਵਾਲਿਆਂ ਦੇ। ਜੀ ਧੰਨਵਾਦ ਮਦਨਦੀਪ ਜੀ।